ਅੱਜ ਦੀ ਇਸ ਵੀਡੀਓ ਰਾਹੀਂ ਅਸੀਂ 4 ਅਗਸਤ 2020 ਦਾ ਜੋ ਕੰਮ ਆਇਆ ਹੈ, ਛੋਟਾ ਨਾਗਪੁਰ ਖੇਤਰ ਵਿੱਚ ਕਬੀਲਿਆਂ ਦੇ ਵਿਦਰੋਹ, ਖਾਸ ਤੌਰ 'ਤੇ ਬਿਰਸਾ ਮੁੰਡਾ ਦੀ ਬਹਾਦਰੀ ਬਾਰੇ ਪੜ੍ਹਾਂਗੇ। ਕਿਉਂਕਿ ਜਿਹੜੇ ਕਬੀਲੇ ਸਨ, ਆਦਿਵਾਸੀ ਲੋਕ ਸਨ, ਅੰਗਰੇਜ਼ੀ ਸਰਕਾਰ ਦਾ ਉਦੇਸ਼ ਸੀ ਵੱਧ ਤੋਂ ਵੱਧ ਭਾਰਤ ਦੇ ਹਰੇਕ ਖੇਤਰ ਤੋਂ ਕਮਾਈ ਕਰਨਾ। ਜਿਵੇਂ ਉਹਨਾਂ ਨੂੰ ਚੰਗਾ ਲੱਗਦਾ ਵੀ ਵੱਧ ਕਮਾਈ ਹੋ ਸਕਦੀ ਹੈ, ਭਾਰਤੀਆਂ ਦਾ ਸ਼ੋਸ਼ਣ ਹੋ ਸਕਦਾ, ਉਹ ਉਸੇ ਤਰ੍ਹਾਂ ਕਰਦੇ। ਤਾਂ ਪਹਿਲਾਂ ਉਹਨਾਂ ਨੇ ਬੰਗਾਲ, ਬਿਹਾਰ ਦੇ ਜੋ ਮੈਦਾਨੀ ਖੇਤਰ ਸਨ ਉੱਥੇ ਸ਼ੋਸ਼ਣ ਕੀਤਾ। ਫਿਰ ਜੋ ਜੰਗਲੀ ਖੇਤਰ ਸਨ, ਆਦਿਵਾਸੀ ਲੋਕਾਂ ਦਾ ਰਹਿਣ ਸਹਿਣ ਉੱਥੇ ਸੀ, ਜਿਹਨੂੰ ਆਦਿਵਾਸੀ ਲੋਕ ਆਪਣੀ ਮਾਂ ਸਮਝਦੇ ਸਨ, ਫਿਰ ਉੱਥੇ ਸ਼ੋਸ਼ਣ ਕਰਨਾ ਸ਼ੁਰੂ ਕੀਤਾ ਸੀ। ਜਦੋਂ ਇਸ ਸ਼ੋਸ਼ਣ ਦੀ ਅੱਤਮ ਹੱਦ ਹੋ ਗਈ ਤਾਂ ਆਦਿਵਾਸੀ ਲੋਕਾਂ ਨੇ ਅੰਗਰੇਜ਼ੀ ਸਰਕਾਰ ਦੇ ਵਿਰੁੱਧ ਵਿਦਰੋਹ ਕਰ ਦਿੱਤੇ ਸਨ। ਜਿਵੇਂ ਕਿ ਪਹਿਲਾਂ ਅਸੀਂ ਪੜ੍ਹ ਚੁੱਕੇ ਹਾਂ ਕਿ ਸਭ ਤੋਂ ਪਹਿਲਾਂ ਉੱਤਰੀ ਪੂਰਬੀ ਖੇਤਰ ਵਿੱਚ ਵਿਦਰੋਹ ਸ਼ੁਰੂ ਹੋਇਆ ਸੀ, ਜੋ ਕੀਤਾ ਸੀ ਖਸਿਸ ਕਬੀਲੇ ਨੇ। ਖਸਿਸ ਕਬੀਲੇ ਨੇ ਕੀਤਾ ਸੀਗਾ, ਜਿਸ ਦਾ ਮੋਢੀ ਸੀਗਾ ਤੀਰਥ ਸਿੰਘ, ਅਤੇ 5 ਮਈ 1829 ਈਸਵੀ ਨੂੰ ਵਿਦਰੋਹ ਹੋਇਆ ਸੀ। ਪਰ ਇਸ ਵਿਦਰੋਹ ਨੂੰ 1833 ਤੱਕ ਦਬਾ ਦਿੱਤਾ ਗਿਆ ਅਤੇ ਤੀਰਥ ਸਿੰਘ ਨੇ ਅੰਗਰੇਜ਼ੀ ਸਰਕਾਰ ਦੇ ਅੱਗੇ ਹਥਿਆਰ ਸੁੱਟ ਦਿੱਤੇ। 1833 ਵਿੱਚ ਭਾਵੇਂ ਵਿਦਰੋਹ ਦਬ ਗਿਆ। ਫਿਰ ਇਸ ਦੇ ਨਾਲ ਹੀ ਖਸਿਸ ਕਬੀਲੇ ਦੇ ਨਾਲ ਹੀ ਵਿਦਰੋਹ ਕੀਤਾ ਸੀਗਾ ਸਿੰਘਫੋਸ ਕਬੀਲੇ ਨੇ। ਇਹ ਵੀ ਇੱਕ ਪਹਾੜੀ ਕਬੀਲਾ ਸੀ। ਤਾਂ ਸਿੰਘਫੋਸ ਕਬੀਲੇ ਨੇ ਮਿਲ ਕੇ ਗਾਰੋ, ਨਾਗਾ, ਇਹਨਾਂ ਨੇ ਵੀ ਨਾਲ ਰਲ ਕੇ ਬਗਾਵਤ ਕੀਤੀ। ਕਈ ਅੰਗਰੇਜ਼ਾਂ ਨੂੰ ਮਾਰ ਦਿੱਤਾ ਗਿਆ ਸੀ, ਪਰ ਉਹਨਾਂ ਨੂੰ ਵੀ ਹਥਿਆਰ ਸੁੱਟਣੇ ਪਏ ਸਨ। 1839 ਵਿੱਚ ਸਿੰਘਫੋਸ ਕਬੀਲੇ ਦੇ ਲੋਕਾਂ ਨੇ ਦੁਬਾਰਾ ਵਿਦਰੋਹ ਕਰ ਦਿੱਤਾ ਸੀ, ਅਤੇ ਦੁਬਾਰਾ ਵਿਦਰੋਹ ਕਰਨ ਕਰਕੇ ਉਹਨਾਂ ਨੇ ਅੰਗਰੇਜ਼ਾਂ ਦੇ ਰਾਜਨੀਤਿਕ ਦੂਤ, ਪੋਲੀਟੀਕਲ ਏਜੰਟ, ਪੋਲੀਟੀਕਲ ਇਨਵੈਸਟਰ ਕਰਨਲ ਵਾਈਟ ਨੂੰ ਮਾਰ ਦਿੱਤਾ ਸੀ, ਅਤੇ ਜਿਸ ਨਾਲ ਅੰਗਰੇਜ਼ਾਂ ਨੇ ਇਹਨਾਂ 'ਤੇ ਬੜੇ ਅਤਿਆਚਾਰ ਕੀਤੇ। ਅਤੇ 1844 ਦੇ ਵਿੱਚ ਇੱਕ ਹੋਰ ਉੱਤਰ ਪੂਰਬੀ ਨਾਗਾ ਕਬੀਲਾ, ਨਾਗਾਲੈਂਡ ਦਾ ਉੱਧਰ ਕਬੀਲਾ ਸੀ ਸਾਡਾ ਨਾਗਾ, ਉੱਥੋਂ ਹੀ ਸਾਡਾ ਬਾਅਦ 'ਚ ਰਾਜ ਬਣਿਆ ਸੀ ਨਾਗਾਲੈਂਡ। ਇੱਕ ਹੋਰ ਉੱਤਰ ਪੂਰਬੀ ਕਬੀਲਾ ਸੀ ਨਾਗਾ, ਅਤੇ 1844 ਵਿੱਚ ਉਹਨਾਂ ਨੇ ਵਿਦਰੋਹ ਕਰ ਦਿੱਤਾ, ਅਤੇ ਉਹਨਾਂ ਦਾ ਵਿਦਰੋਹ ਵੀ 2-3 ਸਾਲ ਤੱਕ ਜਾਰੀ ਰਿਹਾ। ਅਤੇ ਫਿਰ ਇੱਕ ਸੀ ਮਣੀਪੁਰ ਦੇ ਪਹਾੜੀ ਇਲਾਕੇ ਵਿੱਚ ਸੀ ਕੁਕੀ ਕਬੀਲਾ ਸੀ। ਉਹਨਾਂ ਨੇ ਵੀ ਵਿਦਰੋਹ ਕੀਤਾ ਸੀ 1826 ਵਿੱਚ, 1844 ਵਿੱਚ, 1849 ਵਿੱਚ। ਕੁਕੀ ਕਬੀਲੇ ਨੇ 1826 ਵਿੱਚ, 1844 ਅਤੇ 1849 ਈਸਵੀ ਵਿੱਚ ਵਿਦਰੋਹ ਕੀਤਾ ਸੀ। ਅਤੇ ਅਖੀਰ ਦੇ ਵਿੱਚ ਜਾ ਕੇ 1850 ਤੱਕ ਜੋ 1829 ਤੋਂ ਮੇਨ ਵਿਦਰੋਹ ਸ਼ੁਰੂ ਹੋਏ ਸਨ, 1850 ਤੱਕ ਉੱਤਰ ਪੂਰਬੀ ਖੇਤਰ ਦੇ ਵਿਦਰੋਹ ਲਗਭਗ ਅੰਗਰੇਜ਼ੀ ਹਕੂਮਤ ਨੇ ਦਬਾ ਦਿੱਤੇ ਸਨ। ਤਾਂ ਫਿਰ ਛੋਟਾ ਨਾਗਪੁਰ 1820 ਵਿੱਚ ਛੋਟਾ ਨਾਗਪੁਰ ਇਲਾਕੇ ਵਿੱਚ ਸਭ ਤੋਂ ਪਹਿਲਾਂ ਕੌਲ ਕਬੀਲੇ ਦੇ ਲੋਕਾਂ ਦੁਆਰਾ ਅੰਗਰੇਜ਼ਾਂ ਵਿਰੁੱਧ ਵਿਦਰੋਹ ਕੀਤਾ ਗਿਆ, ਕਿਉਂਕਿ ਉਹ ਆਪਣੇ ਇਲਾਕੇ ਵਿੱਚ ਅੰਗਰੇਜ਼ੀ ਰਾਜ ਦਾ ਵਿਸਤਾਰ ਸਹਿਣ ਨਹੀਂ ਕਰ ਸਕਦੇ ਸਨ। ਅਤੇ ਇਸ ਵਿਦਰੋਹ ਦੌਰਾਨ ਉਹਨਾਂ ਦੇ ਕਈ ਪਿੰਡ ਸਾੜ ਦਿੱਤੇ ਗਏ ਅਤੇ ਕਾਫੀ ਗਿਣਤੀ ਵਿੱਚ ਲੋਕ ਵੀ ਮਾਰੇ ਗਏ। ਇਸ ਕਰਕੇ 1827 ਵਿੱਚ ਅੰਗਰੇਜ਼ਾਂ ਅੱਗੇ ਹਥਿਆਰ ਸੁੱਟ ਦਿੱਤੇ। ਭਾਵ 1820 ਤੋਂ ਸ਼ੁਰੂ ਹੋ ਕੇ 1827 ਈਸਵੀ ਤੱਕ ਕੌਲ ਕਬੀਲੇ ਦਾ ਵਿਦਰੋਹ ਚੱਲਿਆ, ਅਤੇ ਉਹਨਾਂ ਨਾਲ ਬੜੇ ਅਤਿਆਚਾਰ ਕੀਤੇ ਅੰਗਰੇਜ਼ਾਂ ਨੇ। ਉਹਨਾਂ ਦੇ ਪਿੰਡ ਸਾੜ ਦਿੱਤੇ, ਉਹਨਾਂ ਨੂੰ ਤਸੀਹੇ ਦਿੱਤੇ ਗਏ। ਜਿਸ ਕਰਕੇ 1827 ਈਸਵੀ ਤੱਕ ਛੋਟਾ ਨਾਗਪੁਰ ਦੇ ਕੌਲ ਕਬੀਲੇ ਦੇ ਲੋਕਾਂ ਦਾ ਵਿਦਰੋਹ ਸ਼ਾਂਤ ਹੋ ਗਿਆ। ਤਾਂ ਸਭ ਤੋਂ ਪਹਿਲਾਂ ਵਿਦਰੋਹ ਕੀਤਾ ਸੀ ਛੋਟਾ ਨਾਗਪੁਰ ਵਿੱਚ ਕੌਲ ਕਬੀਲੇ ਦੇ ਲੋਕਾਂ ਨੇ 1820 ਵਿੱਚ, ਜੋ 1827 ਈਸਵੀ ਤੱਕ ਚੱਲਿਆ। ਫਿਰ 1830-31 ਵਿੱਚ ਛੋਟਾ ਨਾਗਪੁਰ ਦੇ ਮੁੰਡਾ ਕਬੀਲੇ ਦੇ ਅੰਗਰੇਜ਼ਾਂ ਵਿਰੁੱਧ ਵਿਦਰੋਹ ਕਰ ਦਿੱਤਾ। 1830-31 ਵਿੱਚ ਛੋਟਾ ਨਾਗਪੁਰ ਦਾ ਕਬੀਲਾ ਸੀ ਮੁੰਡਾ ਕਬੀਲਾ, ਉਹਨਾਂ ਨੇ ਵਿਦਰੋਹ ਕਰ ਦਿੱਤਾ, ਅਤੇ ਕੌਲ ਕਬੀਲੇ ਦੇ ਲੋਕ ਵੀ ਸ਼ਾਮਲ ਹੋ ਗਏ। ਅਤੇ ਇਹ ਵਿਦਰੋਹ ਰਾਂਚੀ, ਮਣਭੂਮ ਹੋਰ ਵੀ ਫੈਲ ਗਿਆ ਸੀ। ਸੈਨਾ ਦੁਆਰਾ
ਲਗਭਗ 1000 ਵਿਦਰੋਹੀਆਂ ਨੂੰ ਮਾਰ ਦਿੱਤਾ ਗਿਆ, ਪਰੰਤੂ ਫਿਰ ਵੀ ਸੈਨਾ ਵਿਦਰੋਹ 'ਤੇ ਕਾਬੂ ਨਾ ਪਾ ਸਕੀ। ਪਰ ਅਖੀਰ ਦੇ ਵਿੱਚ ਸੈਨਿਕ ਕਾਰਵਾਈਆਂ ਕਰਕੇ ਤਸੀਹੇ ਦੇ ਦੇ ਕੇ 1832 ਈਸਵੀ ਤੱਕ ਮੁੰਡਾ ਕਬੀਲੇ ਦੇ ਵਿਦਰੋਹ ਨੂੰ ਕੁਚਲ ਦਿੱਤਾ। ਸਭ ਤੋਂ ਪਹਿਲਾਂ 1820 ਵਿੱਚ ਕੀਤਾ ਸੀ ਕੌਲ ਕਬੀਲੇ ਨੇ, ਉਹਨਾਂ ਦਾ ਵਿਦਰੋਹ 1827 ਤੱਕ ਚੱਲਿਆ, ਅਤੇ 1830-31 ਦੇ ਵਿੱਚ ਮੁੰਡਾ ਕਬੀਲੇ ਨੇ, ਜਿਨ੍ਹਾਂ ਦਾ ਵਿਦਰੋਹ 1832 ਈਸਵੀ ਤੱਕ ਚੱਲਿਆ। ਪਰੰਤੂ ਕੌਲ ਅਤੇ ਮੁੰਡਾ ਕਬੀਲੇ ਦੇ ਲੋਕਾਂ ਦੀ ਸਰਕਾਰ ਵਿਰੋਧੀ ਗਤੀਵਿਧੀਆਂ ਜਾਰੀ ਰਹੀਆਂ। 1846 ਈਸਵੀ ਵਿੱਚ ਛੋਟਾ ਨਾਗਪੁਰ ਇਲਾਕੇ ਦੇ ਖਰੋਦ ਕਬੀਲੇ ਦੇ ਲੋਕਾਂ ਨੇ ਅੰਗਰੇਜ਼ਾਂ ਵਿਰੁੱਧ ਵਿਦਰੋਹ ਕੀਤਾ। ਜਿਹੜਾ ਇਹ ਖਰੋਦ ਕਬੀਲਾ ਸੀ, ਇਹਨਾਂ ਨੇ 1846 ਵਿੱਚ ਕੀਤਾ ਸੀ। ਉਹਨਾਂ ਨੇ ਕੈਪਟਨ ਮੈਕਫਰਸ਼ਨ ਦੇ ਕੈਂਪ 'ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ 170 ਆਦਮੀਆਂ ਸਮੇਤ ਹਥਿਆਰ ਸੁੱਟਣ ਲਈ ਮਜਬੂਰ ਕਰ ਦਿੱਤਾ ਸੀ, ਅਤੇ ਅੰਗਰੇਜ਼ਾਂ ਨੇ 1846 ਵਿੱਚ ਹੀ ਇਸ ਵਿਦਰੋਹ ਨੂੰ ਕੁਚਲ ਦਿੱਤਾ ਅਤੇ ਇਹਨਾਂ ਵਿਦਰੋਹੀਆਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ। ਪਰੰਤੂ ਉਹਨਾਂ ਨੇ ਇੱਕ ਆਦਮੀ ਨੂੰ ਵਾਪਸ ਦੇਸ਼ ਬੁਲਾਇਆ ਗਿਆ ਅਤੇ ਉਸ ਨੂੰ ਖਰੋਦ ਕਬੀਲੇ ਦੇ ਲੋਕਾਂ ਦਾ ਮੁਖੀ ਬਣਾ ਦਿੱਤਾ। ਇਸ ਨਾਲ ਖਰੋਦ ਕਬੀਲੇ ਦੇ ਲੋਕ ਸ਼ਾਂਤ ਹੋ ਗਏ ਅਤੇ 1846 ਵਿੱਚ ਸ਼ੁਰੂ ਹੋਇਆ ਸੀ ਅਤੇ 1846 ਵਿੱਚ ਹੀ ਸ਼ਾਂਤ ਹੋ ਗਿਆ। 1855 ਵਿੱਚ ਨਾਗਪੁਰ ਇਲਾਕੇ ਵਿੱਚ ਸੰਥਾਲ ਕਬੀਲੇ ਦੇ ਲੋਕਾਂ ਨੇ ਅੰਗਰੇਜ਼ਾਂ ਵਿਰੁੱਧ ਵਿਦਰੋਹ ਕੀਤਾ। ਜਿਹੜਾ 1855 ਵਿੱਚ ਸੰਥਾਲ ਕਬੀਲਾ ਸੀ, ਉਹਨਾਂ ਨੇ ਵਿਦਰੋਹ ਕਰਤਾ। ਉਹ ਦੋ ਭਰਾ ਸੀ, ਸਿੱਧੂ ਅਤੇ ਕਨੂੰ ਦੀ ਅਗਵਾਈ ਵਿੱਚ ਵਿਦਰੋਹ ਕੀਤਾ ਸੀ ਅਤੇ 10,000 ਲੋਕਾਂ ਦੀ ਗਿਣਤੀ ਸੀ, ਇਕੱਠੇ ਹੋ ਗਏ। ਇਹ ਉਹਨਾਂ ਲੋਕਾਂ ਨੇ ਭਾਗਲਪੁਰ ਅਤੇ ਰਾਜ ਮਹਿਲ ਇਲਾਕੇ ਵਿੱਚ ਡਾਕ ਅਤੇ ਰੇਲ ਸੇਵਾਵਾਂ ਤਬਾਹ ਕਰ ਦਿੱਤੀਆਂ। ਉਹਨਾਂ ਨੇ ਤਲਵਾਰਾਂ ਅਤੇ ਜ਼ਹਿਰੀਲੇ ਤੀਰਾਂ ਨਾਲ ਯੂਰਪੀ ਬੰਗਾਲੀਆਂ 'ਤੇ ਹਮਲਾ ਕੀਤਾ। ਕਈ ਰੇਲਵੇ ਅਤੇ ਪੁਲਿਸ ਅੰਗਰੇਜ਼ ਕਰਮਚਾਰੀਆਂ ਨੂੰ ਮਾਰ ਦਿੱਤਾ ਗਿਆ। ਜਦੋਂ ਅੰਗਰੇਜ਼ੀ ਸਰਕਾਰ ਨੇ ਉਹਨਾਂ ਦਾ ਪਿੱਛਾ ਕੀਤਾ ਤਾਂ ਉਹ ਜੰਗਲਾਂ ਵਿੱਚ ਲੁਕ ਗਏ। 1856 ਤੱਕ ਅੰਗਰੇਜ਼ੀ ਸੈਨਾ ਦਾ ਮੁਕਾਬਲਾ ਕੀਤਾ। ਉਹਨਾਂ ਦੇ ਵਿਰੁੱਧ ਸੈਨਿਕ ਕਾਰਵਾਈ ਜਾਰੀ ਰਹੀ। ਵਿਦਰੋਹੀਆਂ ਦੇ ਲੀਡਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਹਨਾਂ ਨੂੰ ਤਸੀਹੇ ਦਿੱਤੇ ਗਏ, ਅਤੇ 1855 ਤੱਕ ਲਗਭਗ ਇਹਨਾਂ ਦੇ ਵਿਦਰੋਹ ਨੂੰ ਵੀ, ਜੋ ਕਬੀਲਾ ਸੀਗਾ ਸੰਥਾਲ, ਲਗਭਗ ਇਹਨਾਂ ਨੂੰ ਵੀ ਚੁੱਪ ਕਰਾ ਦਿੱਤਾ ਗਿਆ। ਜੋ ਮੇਨ ਵਿਦਰੋਹ ਕੀਤਾ ਸੀਗਾ ਉਹ ਕੀਤਾ ਸੀ ਬਿਰਸਾ ਮੁੰਡਾ ਨੇ। ਅੰਗਰੇਜ਼ੀ ਰਾਜ ਵਿਰੁੱਧ ਹੋਏ ਸੰਥਾਲ ਵਿਦਰੋਹ ਵਾਂਗ ਮੁੰਡਾ ਜਾਤੀ ਦਾ ਵਿਦਰੋਹ ਵੀ ਮਹੱਤਵਪੂਰਨ ਸੀ। ਮੁੰਡਾ ਜਾਤੀ ਦੇ ਲੋਕ ਬਿਹਾਰ ਇਲਾਕੇ ਦਾ ਇੱਕ ਪ੍ਰਸਿੱਧ ਕਬੀਲਾ ਸੀ। ਜੋ ਮੁੰਡਾ ਜਾਤੀ ਸੀ, ਇਹ ਬਿਹਾਰ ਵਿੱਚ ਰਹਿੰਦੇ ਸਨ। ਅੰਗਰੇਜ਼ੀ ਰਾਜ ਸਮੇਂ ਬਹੁਤ ਸਾਰੇ ਗੈਰ ਕਬੈਲੀ ਲੋਕਾਂ ਵਿੱਚ ਆ ਕੇ ਰਹਿਣ ਲੱਗ ਪਏ ਸਨ ਅਤੇ ਉਹਨਾਂ ਨੇ ਕਬੈਲੀ ਸਮਾਜ ਦੇ ਲੋਕਾਂ ਦੀ ਜ਼ਮੀਨ ਵੀ ਖੋਹ ਲਈ ਸੀ। ਇਸ ਸਮੇਂ ਦੌਰਾਨ ਕਬੀਲੇ ਦੇ ਲੋਕਾਂ ਨੂੰ ਗੈਰ ਕਬੈਲੀ ਲੋਕਾਂ ਦੇ ਅਧੀਨ ਮਜ਼ਦੂਰੀ ਵਜੋਂ ਕੰਮ ਕਰਨ ਲਈ ਮਜਬੂਰ ਕੀਤਾ ਗਿਆ। ਭਾਵ ਅੰਗਰੇਜ਼ੀ ਲੋਕ ਉੱਥੇ ਆ ਕੇ ਰਹਿਣ ਲੱਗੇ ਸਨ ਅਤੇ ਲੋਕਾਂ 'ਤੇ ਹੀ ਆ ਕੇ ਉਹ ਅਤਿਆਚਾਰ ਕਰਨ ਲੱਗ ਪਏ ਸਨ। ਅਤੇ ਮੁੰਡਾ ਜਾਤੀ ਦੇ ਆਗੂ, ਜਿਸ ਨੂੰ ਬਿਰਸਾ ਮੁੰਡਾ ਕਿਹਾ ਜਾਂਦਾ ਹੈ, ਦੀ ਅਗਵਾਈ ਹੇਠ ਮੁੰਡਾ ਕਬੀਲੇ ਦੇ ਲੋਕਾਂ ਦੁਆਰਾ ਵਿਦਰੋਹ ਕੀਤਾ ਗਿਆ। ਭਾਵ ਇਸ ਅਤਿਆਚਾਰ ਨੂੰ ਸਹਿਣ ਨਾ ਕਰ ਸਕੇ। 1899 ਤੋਂ 1900 ਈਸਵੀ ਵਿੱਚ ਇਹ ਪ੍ਰਮੁੱਖ ਵਿਦਰੋਹ ਰਾਂਚੀ ਦੇ ਦੱਖਣੀ ਇਲਾਕੇ ਵਿੱਚ ਸ਼ੁਰੂ ਹੋਇਆ ਸੀ। ਇਸ ਵਿਦਰੋਹ ਦਾ ਪ੍ਰਮੁੱਖ ਉਦੇਸ਼ ਅੰਗਰੇਜ਼ਾਂ ਨੂੰ ਭਜਾ ਕੇ ਇਸ ਇਲਾਕੇ ਵਿੱਚ ਮੁੰਡਾ ਰਾਜ ਸਥਾਪਿਤ ਕਰਨਾ ਸੀ। ਇਸ ਦਾ ਆਗੂ ਕੌਣ ਸੀ? ਬਿਰਸਾ ਮੁੰਡਾ ਇੱਕ ਸ਼ਕਤੀਸ਼ਾਲੀ ਆਦਮੀ ਸੀ। ਉਸ ਕੋਲ ਦੇਵੀ ਸ਼ਕਤੀਆਂ ਸਨ। ਸਥਾਨਕ ਲੋਕ ਉਸ ਨੂੰ ਪਰਮਾਤਮਾ ਦਾ ਦੂਤ ਮੰਨਦੇ ਸਨ। ਬਿਰਸਾ ਮੁੰਡਾ ਨੇ ਗੈਰ ਕਬਾਇਲੀ ਲੋਕਾਂ ਦੇ ਵਿਰੁੱਧ ਧਰਨਾ ਦਿੱਤਾ, ਜਿਨ੍ਹਾਂ ਨੇ ਕਬੀਲੇ ਦੇ ਲੋਕਾਂ ਦੀਆਂ ਜ਼ਮੀਨਾਂ 'ਤੇ ਕਬਜ਼ਾ ਕੀਤਾ ਹੋਇਆ ਸੀ। ਉਹ ਸ਼ਾਹੂਕਾਰਾਂ ਅਤੇ ਜ਼ਿਮੀਂਦਾਰਾਂ ਨੂੰ ਨਫ਼ਰਤ ਕਰਦਾ ਸੀ, ਜਿਹੜੇ ਮੁੰਡਾ ਜਾਤੀ ਦੇ ਲੋਕਾਂ ਨਾਲ ਬੁਰਾ ਵਰਤਾਓ ਕਰਦੇ ਸਨ। ਉਸਨੇ ਮੁੰਡਾ ਜਾਤੀ ਨਾਲ ਸੰਬੰਧਿਤ ਕਿਸਾਨਾਂ ਨੂੰ ਕਿਹਾ ਕਿ ਉਹ ਜ਼ਿਮੀਂਦਾਰਾਂ ਨੂੰ ਕਿਰਾਇਆ ਨਾ ਦੇਣ। ਬਿਰਸਾ ਮੁੰਡਾ ਨੇ ਛੋਟਾ ਨਾਗਪੁਰ ਦੇ ਇਲਾਕੇ ਵਿੱਚ ਵਿਦਰੋਹ ਸ਼ੁਰੂ ਕੀਤਾ। ਮੁੰਡਾ ਸਮਾਜ ਦੇ ਲੋਕ ਉਸ ਦੀ ਅਗਵਾਈ ਹੇਠ ਇਕੱਠੇ ਹੋ ਗਏ ਸਨ। ਉਹਨਾਂ ਨੇ ਅੰਗਰੇਜ਼ੀ ਅਫਸਰਾਂ, ਮਸ਼ੀਨਰੀਆਂ ਅਤੇ ਪੁਲਿਸ ਸਟੇਸ਼ਨਾਂ 'ਤੇ ਹਮਲਾ ਕੀਤਾ, ਪਰੰਤੂ ਅੰਗਰੇਜ਼ਾਂ ਨੇ ਬਿਰਸਾ ਮੁੰਡਾ ਨੂੰ ਫੜ ਲਿਆ ਅਤੇ ਵਿਦਰੋਹੀਆਂ ਨੂੰ ਦਬਾ ਦਿੱਤਾ।
ਤਾਂ ਫਿਰ ਛੋਟਾ ਮੁੰਡਾ ਵਿਦਰੋਹ ਦੇ ਨਤੀਜੇ ਕੀ ਨਿਕਲੇ? ਛੋਟਾ ਨਾਗਪੁਰ ਐਕਟ ਪਾਸ ਹੋਇਆ 1908 ਵਿੱਚ। ਛੋਟਾ ਨਾਗਪੁਰ ਐਕਟ ਪਾਸ ਹੋਇਆ 1908 ਵਿੱਚ, ਜਿਸ ਕਾਰਨ ਛੋਟੇ ਕਿਸਾਨਾਂ ਨੂੰ ਜ਼ਮੀਨਾਂ ਦੇ ਹੱਕ ਮਿਲ ਗਏ। ਕਬਾਇਲੀ ਲੋਕ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਨ ਲੱਗ ਪਏ ਅਤੇ ਬਹੁਤ ਸਾਰੇ ਸਮਾਜਿਕ ਧਾਰਮਿਕ ਪੱਖ ਤੋਂ ਉਹ ਜਾਗਰੂਕ ਹੋ ਗਏ ਸਨ ਅਤੇ ਉਹ ਲੋਕ ਬਿਰਸਾ ਮੁੰਡਾ ਦੀ ਪੂਜਾ ਕਰਨ ਲੱਗੇ ਸਨ। ਕੁਐਸਚਨ ਆਨਸਰ, ਛੋਟਾ ਨਾਗਪੁਰ ਇਲਾਕੇ ਵਿੱਚ ਸਭ ਤੋਂ ਪਹਿਲਾਂ ਕਦੋਂ ਅਤੇ ਕਿਸ ਨੇ ਵਿਰੋਧ ਕੀਤਾ? ਤਾਂ ਨੰਬਰ 1 ਪਾਇਆ ਹੋਇਆ 1820 ਵਿੱਚ। ਛੋਟਾ ਨਾਗਪੁਰ ਇਲਾਕੇ ਵਿੱਚ ਸਭ ਤੋਂ ਪਹਿਲਾਂ ਕੌਲ ਕਬੀਲੇ ਦੇ ਲੋਕਾਂ ਦੁਆਰਾ ਵਿਦਰੋਹ ਕੀਤਾ ਗਿਆ। ਮੁੰਡਾ ਕਬੀਲੇ ਨੇ ਕਿਸ ਜਗ੍ਹਾ 'ਤੇ ਕਦੋਂ ਵਿਦਰੋਹ ਕੀਤਾ? ਤਾਂ 1830-31 ਵਿੱਚ ਮੁੰਡਾ ਕਬੀਲੇ ਨੇ ਅੰਗਰੇਜ਼ਾਂ ਵਿਰੁੱਧ ਵਿਦਰੋਹ ਕੀਤਾ। ਕਿੱਥੇ ਕੀਤਾ ਸੀਗਾ? ਛੋਟਾ ਨਾਗਪੁਰ 'ਚ ਕੀਤਾ ਸੀ। ਨੰਬਰ 2, ਬਿਰਸਾ ਮੁੰਡਾ ਕੌਣ ਸੀ? ਨੰਬਰ 3, ਬਿਰਸਾ ਮੁੰਡਾ ਇੱਕ ਸ਼ਕਤੀਸ਼ਾਲੀ ਆਦਮੀ ਸੀ। ਬਿਰਸਾ ਮੁੰਡਾ ਇੱਕ ਸ਼ਕਤੀਸ਼ਾਲੀ ਆਦਮੀ ਸੀ। ਕਬਾਇਲੀ ਲੋਕ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਨ ਲੱਗੇ। ਛੋਟੇ ਕਿਸਾਨਾਂ ਨੂੰ ਜ਼ਮੀਨਾਂ ਦੇ ਹੱਕ ਮਿਲ ਗਏ। ਸਭ ਤੋਂ ਪਹਿਲਾਂ ਕੌਲ ਕਬੀਲੇ ਦੇ ਲੋਕਾਂ ਦੁਆਰਾ ਵਿਦਰੋਹ ਕੀਤਾ ਗਿਆ। ਬਿਲਕੁਲ ਸਹੀ ਹੈ। ਮੁੰਡਾ ਸਮਾਜ ਦੇ ਲੋਕ ਬਿਰਸਾ ਮੁੰਡਾ ਦੀ ਅਗਵਾਈ ਵਿੱਚ ਇਕੱਠੇ ਹੋ ਗਏ। ਇਹ ਵੀ ਬਿਲਕੁਲ ਸਹੀ ਹੈ। ਅੱਜ ਦਾ ਇਹ ਕੰਮ ਇਸੇ ਹੀ ਸਲਾਈਡ 'ਤੇ ਕੀਤਾ ਹੋਇਆ ਹੈ ਤਾਂ ਜੋ ਵਿਦਿਆਰਥੀ ਆਪਣਾ ਕੰਮ ਸਹੀ ਢੰਗ ਨਾਲ ਕਰ ਸਕਣ। ਜੋ ਮੈਂ F1, F2, F3 ਪਾਇਆ ਇਹ ਖਾਲੀ ਸਥਾਨ ਨੇ, ਭਾਵ ਫਿਲ ਇਨ ਦਾ ਬਲੈਂਕਸ। ਜੋ 1, 2, 3 ਪਾਇਆ ਉਹ ਸਾਡੇ ਹਨ ਕੁਐਸਚਨਾਂ ਦੇ ਆਨਸਰ। ਉਹ ਕੁਐਸਚਨਾਂ ਦੇ ਆਨਸਰ ਹਨ। ਅੱਗੇ ਅਸੀਂ ਇਹੀ ਸਲਾਈਡ ਇੰਗਲਿਸ਼ ਮੀਡੀਅਮ ਵਿੱਚ ਕਰਾਂਗੇ। ਇਹੀ ਸਲਾਈਡ ਇੰਗਲਿਸ਼ ਕੀਤੀ ਹੋਇਆ ਨੰਬਰ 1, ਨੰਬਰ 2, ਨੰਬਰ 3, F1, F2, F3 ਫਿਲਅਪਸ ਨੇ। ਇਹ ਤੁਸੀਂ ਦੇਖ ਕੇ ਕਰ ਸਕਦੇ ਹੋ, ਕਿਉਂਕਿ ਬੱਚੇ ਕਹਿ ਰਹੇ ਸਨ, ਸਟੂਡੈਂਟਸ ਕਹਿ ਰਹੇ ਸਨ ਕਿ ਸਰ ਸਲਾਈਡ ਦੇ ਉੱਤੇ ਹੀ ਕਰਕੇ ਭੇਜ ਦਿਆ ਕਰੋ। ਤਾਂ ਉਹਨਾਂ ਦੀ ਇਸ ਮੰਗ ਨੂੰ ਮੁੱਖ ਰੱਖਦੇ ਹੋਏ ਅੱਜ ਇਹ ਸਾਰਾ ਕੰਮ ਇਸ ਸਲਾਈਡ ਦੇ ਉੱਪਰ ਹੀ ਕੀਤਾ ਹੋਇਆ ਤਾਂ ਜੋ ਚੰਗੀ ਤਰ੍ਹਾਂ ਸਮਝ ਸਕਣ।